ਗੁੱਡ ਮਾਰਨਿੰਗ ਡੀਅਰ ਚਿਲਡਰਨ। ਅੱਜ ਅਸੀਂ ਕਰਾਂਗੇ ਸਾਡਾ ਪੰਜਾਬੀ ਰੀਡਰ ਦਾ ਅਗਲਾ ਚੈਪਟਰ ਪੁਲਾੜ ਦੀ ਯਾਤਰੀ ਸੁਨੀਤਾ ਵਿਲੀਅਮ। ਇਸ ਪਾਠ ਦਾ ਉਦੇਸ਼ ਹੈ ਵਿਦਿਆਰਥੀਆਂ ਨੂੰ ਪੁਲਾੜ ਦੀ ਯਾਤਰੀ ਸੁਨੀਤਾ ਵਿਲੀਅਮ ਬਾਰੇ ਜਾਣਕਾਰੀ ਦੇਣਾ। ਸੋ ਪਿਆਰੇ ਬੱਚੋ, ਪਾਠ ਮੈਂ ਪੜ੍ਹਨ ਜਾ ਰਹੀ ਹਾਂ। ਪਿਆਰੇ ਬੱਚਿਓ, ਅੱਜ ਮੈਂ ਤੁਹਾਨੂੰ ਇੱਕ ਅਜਿਹੀ ਲੜਕੀ ਬਾਰੇ ਦੱਸਣ ਜਾ ਰਹੀ ਹਾਂ ਜਿਸ ਨੇ ਲੜਕੀਆਂ ਨੂੰ ਇੱਕ ਨਵੀਂ ਸੇਧ ਦਿੱਤੀ। ਉਸਨੇ ਦੱਸ ਦਿੱਤਾ ਕਿ ਜੇ ਲੜਕੀਆਂ ਚਾਹੁਣ ਤਾਂ ਉਹ ਸਭ ਕੁਝ ਕਰ ਸਕਦੀਆਂ ਹਨ। ਪਹਿਲੀ ਲਾਈਨ 'ਚ ਸ਼ਬਦ ਆਇਆ ਕਿ ਜਿਸ ਨੇ ਲੜਕੀਆਂ ਨੂੰ ਇੱਕ ਨਵੀਂ ਸੇਧ ਦਿੱਤੀ। ਸੇਧ ਦਾ ਮਤਲਬ ਹੈ ਸਿੱਖਿਆ ਦੇਣੀ, ਕਿ ਉਸਨੇ ਲੜਕੀਆਂ ਨੂੰ ਨਵੀਂ ਸਿੱਖਿਆ ਦਿੱਤੀ ਹੈ। ਕੀ ਦਿੱਤੀ ਹੈ? ਕਿ ਲੜਕੀਆਂ ਹੋ ਕੇ ਹੀ ਵਿਚਾਰੀਆਂ ਬਣ ਕੇ ਨਹੀਂ ਬੈਠਣਾ। ਅਗਰ ਲੜਕੀਆਂ ਚਾਹੁਣ ਤਾਂ ਉਹ ਕੁਝ ਵੀ ਕਰ ਸਕਦੀਆਂ ਨੇ ਜੋ ਮੁੰਡੇ ਕਰ ਸਕਦੇ ਹਨ। ਕੀ ਤੁਸੀਂ ਉਸ ਲੜਕੀ ਦਾ ਨਾਂ ਜਾਣਨਾ ਚਾਹੋਗੇ? ਮੈਡਮ ਨੇ 5ਵੀਂ ਜਮਾਤ ਦੇ ਬੱਚਿਆਂ ਨੂੰ ਪੁੱਛਿਆ ਤਾਂ ਸਭ ਬੱਚਿਆਂ ਨੇ ਹਾਂ ਜੀ ਕਹਿ ਕੇ ਮੈਡਮ ਨੂੰ ਸੁਣਾਉਣ ਲਈ ਕਿਹਾ ਕਿ ਹਾਂਜੀ ਮੈਡਮ, ਦੱਸੋ ਸਾਨੂੰ ਉਹ ਕਿਹੜੀ ਲੜਕੀ ਹੈ। ਤਾਂ ਮੈਡਮ ਨੇ ਕਿਹਾ ਉਸ ਦਾ ਨਾਂ ਹੈ ਸੁਨੀਤਾ ਵਿਲੀਅਮ, ਜੋ ਇੱਕ ਮਹਾਨ ਪੁਲਾੜ ਯਾਤਰੀ ਦੇ ਰੂਪ ਵਿੱਚ ਉੱਭਰ ਕੇ ਸਾਡੇ ਸਾਹਮਣੇ ਆਈ ਹੈ। ਇੱਕ ਲੜਕੀ ਹੋਣ ਦੇ ਨਾਤੇ ਉਸਨੇ ਇੱਕ ਵਾਰ ਨਹੀਂ ਬਲਕਿ ਬਾਰ-ਬਾਰ ਪੁਲਾੜ ਵਿੱਚ ਜਾਣ ਦਾ ਰਿਕਾਰਡ ਬਣਾਇਆ ਹੈ। ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਇੱਕ ਭਾਰਤੀ ਮੂਲ ਦੀ ਲੜਕੀ ਹੈ। ਸੁਨੀਤਾ ਵਿਲੀਅਮ ਸਾਡੀ ਕੀ ਹੈ? ਭਾਰਤੀ ਮੂਲ ਦੀ ਲੜਕੀ ਹੈ ਇੱਕ। ਹੁਣ ਸੁਨੀਤਾ ਦੇ ਜਨਮ ਬਾਰੇ ਜਾਣਕਾਰੀ ਲੈ ਲੈਂਦੇ ਹਾਂ, ਉਸਦੀ ਪੜ੍ਹਾਈ ਬਾਰੇ ਜਾਣਕਾਰੀ ਲੈਂਦੇ ਹਾਂ। ਸੋ ਸੁਨੀਤਾ ਦਾ ਜਨਮ 19 ਸਤੰਬਰ 1965 ਈਸਵੀ ਨੂੰ ਯੂਕਲਿਡ ਅਮਰੀਕਾ ਵਿਖੇ ਹੋਇਆ। ਇਸ ਦੇ ਪਿਤਾ ਦਾ ਨਾਂ ਡਾਕਟਰ ਦੀਪਕ ਪਾਂਡੇ ਹੈ, ਜੋ ਭਾਰਤ ਦੇ ਗੁਜਰਾਤ ਪ੍ਰਾਂਤ ਦੇ ਸੂਰਤ ਸ਼ਹਿਰ ਦੇ ਰਹਿਣ ਵਾਲੇ ਸਨ। MBBS ਕਰਨ ਤੋਂ ਬਾਅਦ ਉਹ ਕੁਝ ਦੇਰ ਸੂਰਤ ਰਹੇ ਤੇ ਫਿਰ ਅਮਰੀਕਾ ਦੇ ਸ਼ਹਿਰ ਯੂਕਲਿਡ ਵਿਖੇ ਚਲੇ ਗਏ। ਉੱਥੇ ਜਾ ਕੇ ਉਹਨਾਂ ਦਾ ਵਿਆਹ ਬੋਨੀ ਉਰਸਾਲੀਅਨ ਨਾਂ ਦੀ ਕੁੜੀ ਨਾਲ ਹੋਇਆ। ਉਹਨਾਂ ਦੇ ਘਰ ਇੱਕ ਪੁੱਤਰ ਤੇ 2 ਪੁੱਤਰੀਆਂ ਨੇ ਜਨਮ ਲਿਆ। ਸੁਨੀਤਾ 3 ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀ। ਸਭ ਤੋਂ ਛੋਟੀ ਹੋਣ ਕਰਕੇ ਉਹ ਸਾਰੇ ਪਰਿਵਾਰ ਦੀ ਬਹੁਤ ਹੀ ਲਾਡਲੀ ਧੀ ਸੀ। ਇਸ ਕਰਕੇ ਇਸ ਦੀ ਪੜ੍ਹਾਈ ਲਿਖਾਈ ਉਚੇਚੇ ਢੰਗ ਨਾਲ ਹੋਈ। ਉਚੇਚੇ ਮੀਨਸ ਬੜੇ ਹੀ ਚੰਗੇ ਵਧੀਆ ਢੰਗ ਨਾਲ ਉਸ ਦੀ ਪੜ੍ਹਾਈ ਹੋਈ। ਉਚੇਚੇ ਦਾ ਦੂਸਰਾ ਮੀਨਿੰਗ ਵਿਸ਼ੇਸ਼ ਵੀ ਕਹਿ ਸਕਦੇ ਹਾਂ, ਅਸੀਂ ਖਾਸ ਵੀ ਕਹਿ ਸਕਦੇ ਹਾਂ। ਸੁਨੀਤਾ ਹਾਲੇ ਛੋਟੀ ਹੀ ਸੀ ਕਿ ਪਰਿਵਾਰ ਅਮਰੀਕਾ ਦੇ ਸ਼ਹਿਰ ਬੋਸਟਨ ਵਿਖੇ ਆ ਕੇ ਰਹਿਣ ਲੱਗਾ। ਸੁਨੀਤਾ ਦੇ ਮਾਤਾ ਪਿਤਾ ਸੈਰ ਸਪਾਟਿਆਂ, ਸੰਗੀਤ, ਖੇਡਾਂ ਆਦਿ ਦੇ ਕਾਫੀ ਸ਼ੌਕੀਨ ਸੀ। ਮੀਨਸ ਉਹ ਸ਼ੌਂਕ ਰੱਖਦੇ ਸਨ ਖੇਡਾਂ ਦਾ, ਸੰਗੀਤ ਦਾ ਤੇ ਬਾਹਰ ਕੀ ਹੈ ਸੈਰ ਸਪਾਟੇ ਕਰਨ ਦਾ। ਇਸ ਕਰਕੇ ਸੁਨੀਤਾ ਵਿੱਚ ਪੜ੍ਹਾਈ ਦੇ ਨਾਲ ਇਹਨਾਂ ਰੁਚੀਆਂ ਦਾ ਪਨਪਨਾ ਤਾਂ ਕੁਦਰਤੀ ਸੀ, ਕਿਉਂਕਿ ਜਦੋਂ ਪੇਰੈਂਟਸ ਦੇ ਵਿੱਚ ਇਹ ਰੁਚੀਆਂ ਸੀ, ਜ਼ਰੂਰੀ ਨਹੀਂ ਹੈ ਪਰ ਕਿ ਬੱਚਿਆਂ ਵਿੱਚ ਉਹੀ ਆਉਣ, ਪਰ ਜਦੋਂ ਉਹਨਾਂ ਦੇ ਵਿੱਚ ਇਹ ਰੁਚੀਆਂ ਸੀ, ਉਹਨਾਂ ਨਾਲ ਉਹ ਬਾਹਰ ਜਾਂਦੀ ਸੀ, ਸੰਗੀਤ ਸੁਣਦੀ ਸੀ, ਖੇਡਦੀ ਸੀ, ਤਾਂ ਇਹ ਰੁਚੀਆਂ ਉਹਦੇ ਵਿੱਚ ਵੀ ਪਨਪ ਗਈਆਂ ਮੀਨਸ ਰੁਚੀਆਂ ਉਹਦੀਆਂ ਵੀ ਇਹ ਰੁਚੀਆਂ ਬਣ ਗਈਆਂ। ਉਹ ਪੜ੍ਹਾਈ ਦੇ ਨਾਲ ਸੰਗੀਤ, ਤੈਰਾਕੀ ਵਿੱਚ ਵੀ ਭਾਗ ਲੈਣ ਲੱਗੀ। ਹਾਲੇ ਉਹ 11 ਸਾਲ ਦੀ ਹੀ ਸੀ ਜਦੋਂ ਉਸਨੇ ਤੈਰਾਕੀ ਦੇ ਮੁਕਾਬਲੇ ਵਿੱਚ ਭਾਗ ਲਿਆ ਤੇ ਜਿੱਤ ਪ੍ਰਾਪਤ ਕੀਤੀ। ਤੈਰਾਕੀ ਜਿਹੜੀ ਹੁੰਦੀ ਹੈ ਸਵਿਮਿੰਗ, ਤਾਂ ਤੈਰਾਕੀ ਦੇ ਵਿੱਚ ਉਸਨੇ ਭਾਗ ਲਿਆ ਤੇ ਉਹਨੂੰ ਉੱਥੇ ਜਿੱਤ ਵੀ ਮਿਲੀ। ਸੁਨੀਤਾ ਬੋਸਟਨ ਤੋਂ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਨੈਵਲ ਅਕੈਡਮੀ ਵਿੱਚ ਦਾਖਲ ਹੋ ਗਈ। 1987 ਵਿੱਚ ਉਸਨੇ BSc ਕਰਨ ਉਪਰੰਤ ਨੇਵੀ ਵਿੱਚ ਭਰਤੀ ਉਹ ਹੋ ਗਈ। ਅਰਥਾਤ ਪਹਿਲਾਂ ਉਸਨੇ ਆਪਣੀ BSc ਦੀ ਪੜ੍ਹਾਈ ਕੀਤੀ, ਫਿਰ ਉਹ ਨੇਵੀ ਵਿੱਚ ਜਾ ਕੇ ਭਰਤੀ ਹੋ ਗਈ। ਇੱਥੇ ਰਹਿੰਦਿਆਂ ਉਸਨੇ ਹੈਲੀਕਾਪਟਰ ਉਡਾਉਣ ਦੀ ਟ੍ਰੇਨਿੰਗ ਲਈ। ਹੈਲੀਕਾਪਟਰ ਉਡਾਉਣ ਵਿੱਚ ਉਸ ਦੀ ਇੰਨੀ ਰੁਚੀ ਵੱਧ ਗਈ
ਕਿ ਇਸਨੇ ਵੱਖ-ਵੱਖ ਕਿਸਮਾਂ ਦੇ 30 ਹੈਲੀਕਾਪਟਰ ਉਡਾ ਕੇ ਇੱਕ ਨਵਾਂ ਹੀ ਰਿਕਾਰਡ ਕਾਇਮ ਕੀਤਾ। ਇੱਥੇ ਰਹਿੰਦਿਆਂ ਹੀ ਉਸ ਦੀ ਮੁਲਾਕਾਤ ਮਿਸੇਲ ਵਿਲੀਅਮਸ ਨਾਲ ਹੋ ਗਈ। ਉਸ ਨਾਲ ਵਿਆਹ ਕਰਵਾ ਕੇ, ਅਰਥਾਤ ਸੁਨੀਤਾ ਵਿਲੀਅਮ ਦਾ ਵਿਆਹ ਜਿਹੜਾ ਹੈਗਾ ਹੈ ਉਹ ਮਿਸੇਲ ਵਿਲੀਅਮ ਨਾਲ ਹੋਇਆ। ਉਸ ਨਾਲ ਵਿਆਹ ਕਰਵਾ ਕੇ ਸੁਨੀਤਾ ਪਾਂਡੇ ਤੋਂ ਸੁਨੀਤਾ ਵਿਲੀਅਮ ਬਣ ਗਈ। ਪਹਿਲਾਂ ਉਹਦਾ ਜਿਹੜਾ ਸਰਨੇਮ ਸੀ ਪਾਂਡੇ ਸੀ, ਹੁਣ ਉਹ ਵਿਲੀਅਮਸ ਬਣ ਗਈ। 1988 ਈਸਵੀ ਵਿੱਚ ਇੱਕ ਅਮਰੀਕਾ ਦੇ ਪੁਲਾੜ ਕੇਂਦਰ ਨਾਸਾ ਉਹ ਚਲੀ ਗਈ। ਉੱਥੇ ਜਾ ਕੇ ਪੁਲਾੜ ਵਿੱਚ ਯਾਤਰੀ ਬਣਨ ਦੀ ਟ੍ਰੇਨਿੰਗ ਲੈਣ ਲੱਗੀ। ਉਹ ਟ੍ਰੇਨਿੰਗ ਲੈਂਦੀ ਹੋਈ ਪੁਲਾੜ ਵਿੱਚ ਜਾ ਕੇ ਕੁਝ ਕਰਨ ਦੀਆਂ ਯੋਜਨਾਵਾਂ ਬਣਾਉਣ ਲੱਗੀ ਕਿ ਜਦੋਂ ਉਹ ਟ੍ਰੇਨਿੰਗ ਕਰ ਹੀ ਰਹੀ ਸੀ, ਉਸ ਦੀ ਟ੍ਰੇਨਿੰਗ ਚੱਲ ਹੀ ਰਹੀ ਸੀ, ਤਾਂ ਉਹ ਯੋਜਨਾਵਾਂ ਮਨ ਹੀ ਮਨ ਆਪਣੀਆਂ ਯੋਜਨਾਵਾਂ ਵੀ ਬਣਾਉਣ ਲੱਗੀ ਕਿ ਮੈਂ ਪੁਲਾੜ ਦੇ ਵਿੱਚ ਜਾਵਾਂਗੀ, ਅੰਤਰਿਕਸ਼ ਦੇ ਵਿੱਚ ਜਾਵਾਂਗੀ, ਤਾਂ ਕਿਸ ਤਰ੍ਹਾਂ ਮੈਂ ਉੱਥੇ ਜਾ ਕੇ ਕੰਮ ਕਰਾਂਗੀ ਜਾਂ ਕੀ ਮੈਂ ਲੱਭਣ ਦੀ ਕੋਸ਼ਿਸ਼ ਕਰਾਂਗੀ। ਉਸ ਦੀਆਂ ਇਹ ਯੋਜਨਾਵਾਂ ਰੰਗ ਲਿਆਈਆਂ, ਅਰਥਾਤ ਉਸ ਦੀਆਂ ਇਹ ਯੋਜਨਾਵਾਂ ਸਫਲ ਹੋਈਆਂ। 2006 ਵਿੱਚ ਇਸ ਨੂੰ ਡਿਸਕਵਰੀ ਨਾਂ ਦੇ ਪੁਲਾੜੀ ਜਹਾਜ਼ ਵਿੱਚ ਪੁਲਾੜ ਵਿੱਚ ਭੇਜ ਦਿੱਤਾ ਗਿਆ। ਇਹ ਪੁਲਾੜ ਵਿੱਚ 195 ਦਿਨ ਘੁੰਮਦੀ ਰਹੀ, ਜੋ ਕਿਸੇ ਇਸਤਰੀ ਪੁਲਾੜ ਯਾਤਰੀ ਵਾਸਤੇ ਇੱਕ ਨਵਾਂ ਰਿਕਾਰਡ ਸੀ। ਕਿੰਨੇ ਦਿਨ ਘੁੰਮਦੀ ਰਹੀ? 195, ਜਿਹੜਾ ਕਿ ਇੱਕ ਇਸਤਰੀ ਵਾਸਤੇ ਇੱਕ ਨਵਾਂ ਰਿਕਾਰਡ ਸੀ। 22 ਜੂਨ 2007 ਦੀ ਰਾਤ ਨੂੰ ਇਹ ਧਰਤੀ 'ਤੇ ਵਾਪਸ ਆਈ। ਭਾਰਤ ਨੇ ਇਸ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ। ਸੁਨੀਤਾ ਇਸ ਤੋਂ ਬਾਅਦ ਕਈ ਵਾਰ ਪੁਲਾੜ ਵਿੱਚ ਗਈ, ਹਾਲੇ ਵੀ ਉਸ ਦਾ ਮਨ ਨਹੀਂ ਭਰਿਆ। ਉਹ ਹਾਲੇ ਪੁਲਾੜ ਵਿੱਚ ਜਾ ਕੇ ਹੋਰਾਂ ਖੋਜਾਂ ਕਰਨਾ ਚਾਹੁੰਦੀ ਹੈ। ਸੁਨੀਤਾ ਤੇ ਭਾਰਤੀਆਂ ਨੂੰ ਮਾਣ ਹੈ। ਸੁਨੀਤਾ ਦੇ ਉੱਪਰ ਭਾਰਤ ਵਾਸੀਆਂ ਨੂੰ ਬੜਾ ਹੀ ਮਾਣ ਹੈ। ਭਾਵੇਂ ਉਸਨੇ ਭਾਰਤ ਵਿੱਚ ਜਨਮ ਤਾਂ ਨਹੀਂ ਲਿਆ, ਪਰੰਤੂ ਹੈ ਤਾਂ ਭਾਰਤੀ ਮੂਲ ਦੀ ਲੜਕੀ ਸੀ। ਤੋ ਬੱਚੋ, ਇਹ ਸੀ ਸਾਡਾ ਚੈਪਟਰ ਪੁਲਾੜ ਯਾਤਰੀ ਸੁਨੀਤਾ ਵਿਲੀਅਮ। ਇਸ ਪਾਠ ਤੋਂ ਅਸੀਂ ਥੋੜ੍ਹਾ ਜਿਹਾ ਜੋ ਸਿੱਖਿਆ ਹੈ, ਸਾਨੂੰ ਸਿੱਖਿਆ ਮਿਲੀ ਹੈ, ਉਹ ਕੀ ਮਿਲੀ ਹੈ ਕਿ ਅਗਰ ਸਾਡੇ ਇਰਾਦੇ ਮਜ਼ਬੂਤ ਹੋਣ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ। ਜ਼ਰੂਰੀ ਨਹੀਂ ਹੈ ਕਿ ਅੱਜ ਦੇ ਸਮੇਂ ਵਿੱਚ ਜਾਂ ਪੁਰਾਣੇ ਸਮੇਂ ਵਿੱਚ ਵੀ ਕਿ ਜਿਹੜੇ ਮੁੰਡੇ ਹੀ ਸੀ, ਲੜਕੇ ਹੀ ਸੀ, ਉਹੀ ਸਭ ਕੰਮ ਕਰ ਸਕਦੇ ਆ, ਉਹੀ ਅੱਗੇ ਵੱਧ ਸਕਦੇ ਨੇ। ਠੀਕ ਹੈ, ਅੱਜ ਜਿਹੜੀਆਂ ਕੁੜੀਆਂ ਨੇ, ਲੜਕੀਆਂ ਨੇ, ਉਹ ਲੜਕਿਆਂ ਤੋਂ ਘੱਟ ਨੇ, ਉਹ ਵੀ ਲੜਕਿਆਂ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਚੱਲਦੀਆਂ ਨੇ। ਤਾਂ ਇਸ ਪਾਠ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਕੁੜੀਆਂ ਨੂੰ, ਲੜਕੀਆਂ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਠੀਕ ਹੈ, ਅਗਰ ਉਹ ਵੀ ਦ੍ਰਿੜ ਨਿਸ਼ਚੈ ਕਰ ਲੈਣ, ਪੱਕਾ ਇਰਾਦਾ ਕਰ ਲੈਣ, ਤਾਂ ਉਹ ਪੁਲਾੜ ਵਿੱਚ ਵੀ ਜਾ ਸਕਦੀਆਂ ਹਨ।